हाँ जी, बहुत-बहुत ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਦੁਆਬ ਅਕੈਡਮੀ ਦੇ YouTube ਚੈਨਲ ਤੇ। ਤਾਂ ਲਾਸਟ ਕਲਾਸਿਸ ਵਿੱਚ ਆਪਾਂ ਏਸੀ ਸਰਕਿਟਸ ਦੇ ਜੋ MCQ ਸੀ ਉਹ ਕੰਪਲੀਟ ਕਰ ਚੁੱਕੇ ਹਾਂ। ਤਾਂ ਹੁਣ ਤੋਂ ਆਪਣਾ ਇੱਕ ਨਵਾਂ ਚੈਪਟਰ ਸਟਾਰਟ ਹੋ ਰਿਹਾ ਹੈ ਜੋ ਕਿ ਹੈ ਮੈਗਨੈਟਿਕ ਸਰਕਿਟ। ਤਾਂ ਸਟਾਰਟ ਆਪਾਂ ਕਰਦੇ ਹਾਂ ਫਸਟ ਕੁਐਸਚਨ ਤੋਂ। ਕੁਐਸਚਨ ਹੈ ਆਪਣਾ ਰਿਲੈਕਟਿਵਿਟੀ ਨੂੰ ਬਿਜਲੀ ਸਰਕਿਟ ਵਿੱਚ ਕਿਸ ਦੇ ਸਮਾਨ ਮੰਨਿਆ ਜਾਂਦਾ ਹੈ। ਤਾਂ ਜੋ ਰਿਲੈਕਟਿਵਿਟੀ ਹੈ ਉਸ ਨੂੰ ਬਿਜਲੀ ਸਰਕਿਟ ਵਿੱਚ ਕਿਸ ਦੇ ਸਮਾਨ ਮੰਨਿਆ ਜਾਂਦਾ ਹੈ। ਤਾਂ ਆਪਸ਼ਨ ਨੇ ਆਪਣੇ ਕੋਲ ਕੰਡਕਟਿਵਿਟੀ, ਕੰਡਕਟੈਂਸ, ਰੈਜ਼ਿਸਟੈਂਸ, ਕਰੰਟ ਡੈਂਸਿਟੀ ਜਾਂ ਰੈਜ਼ਿਸਟਿਵਿਟੀ। ਤਾਂ ਇਹਨਾਂ ਆਪਸ਼ਨਸ ਵਿੱਚੋਂ ਉਹ ਕਿਹੜੀ ਚੀਜ਼ ਹੈ ਜਿਸ ਨੂੰ ਰਿਲੈਕਟਿਵਿਟੀ ਦੇ ਸਮਾਨ ਮੰਨਿਆ ਜਾਂਦਾ ਹੈ। ਤਾਂ ਇਹਦਾ ਰਾਈਟ ਆਨਸਰ ਹੋਏਗਾ ਰੈਜ਼ਿਸਟਿਵਿਟੀ। ਦੇਖੋ ਜਿਵੇਂ ਆਪਣੇ ਕੋਲ ਇਲੈਕਟ੍ਰਿਕ ਸਰਕਿਟ ਵਿੱਚ ਰੈਜ਼ਿਸਟਿਵਿਟੀ ਹੁੰਦੀ ਹੈ, ਰੈਜ਼ਿਸਟਿਵਿਟੀ, ਉਵੇਂ ਮੈਗਨੈਟਿਕ ਸਰਕਿਟ ਵਿੱਚ ਆਪਣੇ ਕੋਲ ਕੀ ਹੁੰਦੀ ਹੈ, ਰਿਲੈਕਟਿਵਿਟੀ। ਦੂਸਰੇ ਪਾਸੇ ਜਿਵੇਂ ਇਲੈਕਟ੍ਰਿਕ ਸਰਕਿਟ ਵਿੱਚ ਆਪਣੇ ਕੋਲ EMF ਹੁੰਦੀ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਇਲੈਕਟ੍ਰੋਮੋਟਿਵ ਫੋਰਸ, ਉਵੇਂ ਮੈਗਨੈਟਿਕ ਸਰਕਿਟ ਵਿੱਚ ਆਪਣੇ ਕੋਲ ਕੀ ਹੁੰਦਾ ਹੈ, MMF, ਮੈਗਨੈਟੋਮੋਟਿਵ ਫੋਰਸ। ਤੇ ਜਿਵੇਂ ਇਲੈਕਟ੍ਰਿਕ ਸਰਕਿਟ ਵਿੱਚ ਆਪਣੇ ਕੋਲ ਕਰੰਟ ਹੁੰਦਾ ਹੈ, ਕਰੰਟ, ਉਸ ਤਰ੍ਹਾਂ ਹੀ ਮੈਗਨੈਟਿਕ ਸਰਕਿਟ ਵਿੱਚ ਆਪਣੇ ਕੋਲ ਕੀ ਹੋਏਗਾ, ਫਲਕਸ ਹੋਏਗੀ। ਠੀਕ ਹੈ, ਤਾਂ ਇਹ ਕੁਝ ਕੁਆਂਟੀਟੀਜ਼ ਨੇ ਜਿਨ੍ਹਾਂ ਨੂੰ ਇੱਕ ਦੂਜੇ ਦੇ ਸਮਾਨ ਮੰਨਿਆ ਜਾਂਦਾ ਹੈ ਇਲੈਕਟ੍ਰਿਕ ਸਰਕਿਟ ਤੇ ਮੈਗਨੈਟਿਕ ਸਰਕਿਟ ਵਿੱਚ। ਨੈਕਸਟ ਕੁਐਸਚਨ ਹੈ ਆਪਣਾ ਪਰਮੇਬਿਲਿਟੀ ਦੀ ਯੂਨਿਟ ਹੈ। ਤਾਂ ਇਹਨਾਂ ਵਿੱਚੋਂ ਕਿਹੜੀ ਪਰਮੇਬਿਲਿਟੀ ਦੀ ਯੂਨਿਟ ਹੈ। ਆਪਸ਼ਨਸ ਨੇ ਆਪਣੇ ਕੋਲ ਟੈਸਲਾ, ਹੈਨਰੀ ਮੀਟਰ, ਅੰਪੇਅਰ ਟਰਨ ਜਾਂ ਫਿਰ ਹੈਨਰੀ ਪਰ ਮੀਟਰ। ਹਾਂਜੀ, ਤਾਂ ਪਰਮੇਬਿਲਿਟੀ ਦੀ ਯੂਨਿਟ ਇਹਨਾਂ ਵਿੱਚੋਂ ਕੀ ਹੋਏਗੀ। ਤਾਂ ਪਹਿਲਾਂ ਸਮਝਦੇ ਹਾਂ ਪਰਮੇਬਿਲਿਟੀ ਕੀ ਚੀਜ਼ ਹੁੰਦੀ ਹੈ। ਪਰਮੇਬਿਲਿਟੀ, ਪਰਮੇਬਿਲਿਟੀ ਜਿਹਨੂੰ ਆਪਾਂ ਲਿਖਦੇ ਹਾਂ ਮਿਊ ਨਾਲ। ਠੀਕ ਹੈ, ਇਹਦਾ ਸਿੰਬਲ ਹੈ ਮਿਊ। ਤਾਂ ਪਰਮੇਬਿਲਿਟੀ ਇੱਥੇ ਸਾਈਡ ਤੇ ਲਿਖ ਦਿੰਦੇ ਹਾਂ। ਪਰਮੇਬਿਲਿਟੀ ਦਾ ਮਤਲਬ ਦੇਖੋ ਜਿਵੇਂ ਆਪਣੇ ਕੋਲ ਇਲੈਕਟ੍ਰਿਕ ਸਰਕਿਟ ਵਿੱਚ, ਇਲੈਕਟ੍ਰਿਕ ਸਰਕਿਟ ਵਿੱਚ ਕੰਡਕਟਿਵਿਟੀ ਹੁੰਦੀ ਹੈ, ਉਸ ਤਰ੍ਹਾਂ ਹੀ ਮੈਗਨੈਟਿਕ ਸਰਕਿਟ ਵਿੱਚ ਕੀ ਹੋਏਗਾ, ਮੈਗਨੈਟਿਕ ਸਰਕਿਟ ਵਿੱਚ ਪਰਮੇਬਿਲਿਟੀ ਹੋਏਗੀ, ਪਰਮੇਬਿਲਿਟੀ। ਠੀਕ ਹੈ, ਤਾਂ ਕੰਡਕਟਿਵਿਟੀ ਦਾ ਕੀ ਕੰਮ ਹੁੰਦਾ ਹੈ, ਕੰਡਕਟਿਵਿਟੀ ਜੇਕਰ ਕਿਸੇ ਮਟੀਰੀਅਲ ਦੀ ਜ਼ਿਆਦਾ ਹੈ ਤਾਂ ਉਹਦੇ ਨਾਲ ਉਸ ਵਿੱਚ ਕਰੰਟ ਦਾ ਫਲੋ ਵੀ ਕੀ ਹੋਏਗਾ, ਜ਼ਿਆਦਾ ਹੋਏਗਾ। ਉਵੇਂ ਮੈਗਨੈਟਿਕ ਸਰਕਿਟ ਵਿੱਚ ਜੇਕਰ ਕਿਸੇ ਦੀ ਪਰਮੇਬਿਲਿਟੀ ਜ਼ਿਆਦਾ ਹੈ ਤਾਂ ਇਹਦਾ ਮਤਲਬ ਉਸ ਮਟੀਰੀਅਲ ਵਿੱਚ ਮੈਗਨੈਟਿਕ ਲਾਈਨ ਆਫ ਫੋਰਸਸ ਨੇ ਜੋ ਉਹ ਵੀ ਬੜੀ ਚੰਗੀ ਤਰ੍ਹਾਂ ਟਰੈਵਲ ਕਰਨਗੀਆਂ। ਤਾਂ ਪਰਮੇਬਿਲਿਟੀ ਜ਼ਿਆਦਾ ਹੋਣ ਦਾ ਮਤਲਬ ਕਿ ਮਟੀਰੀਅਲ ਵਿੱਚ ਜੋ ਫਲਕਸ ਫਲੋ ਹੋਏਗੀ ਉਹ ਬੜੀ ਚੰਗੀ ਤਰ੍ਹਾਂ ਫਲੋ ਹੋਏਗੀ। ਤਾਂ ਪਰਮੇਬਿਲਿਟੀ ਦੀ ਯੂਨਿਟ ਆਪਾਂ ਕਰਦੇ ਹਾਂ ਹੈਨਰੀ ਪਰ ਮੀਟਰ। ਤਾਂ ਇੱਥੇ ਜਿਹੜੀ ਯੂਨਿਟ ਹੈ ਅੰਪੀਅਰ ਟਰਨ। ਅੰਪੀਅਰ ਟਰਨ ਕਿਸ ਯੂਨਿਟ ਹੈ ਜਿਹਨੂੰ ਆਪਾਂ AT ਨਾਲ ਵੀ ਲਿਖ ਸਕਦੇ ਹਾਂ। ਠੀਕ ਹੈ, A ਮਤਲਬ ਅੰਪੀਅਰ ਤੇ T ਮਤਲਬ ਟਰਨ। ਤਾਂ ਅੰਪੀਅਰ ਟਰਨ ਕਿਸ ਯੂਨਿਟ ਹੈ, ਇਹ ਹੈ MMF ਦੀ ਯੂਨਿਟ। ਠੀਕ ਹੈ, ਤਾਂ ਇੱਥੇ ਪਰਮੇਬਿਲਿਟੀ ਦੀ ਯੂਨਿਟ ਪੁੱਛੀ ਸੀ ਤਾਂ ਉਹ ਹੈ ਹੈਨਰੀ ਪਰ ਮੀਟਰ। ਥਰਡ ਕੁਐਸਚਨ ਹੈ ਆਪਣਾ ਚੁੰਬਕੀ ਸਰਕਿਟ ਵਿੱਚ ਡੈਸ਼ ਨੂੰ ਸਮਾਨ ਮੰਨਿਆ ਜਾਂਦਾ ਹੈ ਬਿਜਲੀ ਸਰਕਿਟ ਦੇ ਪ੍ਰਤੀਰੋਧ ਨਾਲ। ਤਾਂ ਇੱਥੇ ਫਿਰ ਉਸ ਤਰ੍ਹਾਂ ਸਮਾਨ ਵਾਲਾ ਕੁਐਸਚਨ ਆ ਗਿਆ। ਦੇਖੋ ਉਹਨਾਂ ਨੇ ਪੁੱਛਿਆ ਬਿਜਲੀ ਸਰਕਿਟ ਚੁੰਬਕੀ ਸਰਕਿਟ ਵਿੱਚ ਡੈਸ਼ ਨੂੰ ਸਮਾਨ ਮੰਨਿਆ ਜਾਂਦਾ ਹੈ ਬਿਜਲੀ ਸਰਕਿਟ ਦੇ ਪ੍ਰਤੀਰੋਧ ਨਾਲ। ਤਾਂ ਚੁੰਬਕੀ ਸਰਕਿਟ ਵਿੱਚ ਕਿਸ ਨੂੰ ਪ੍ਰਤੀਰੋਧ ਦੇ ਸਮਾਨ ਮੰਨਿਆ ਜਾਂਦਾ ਹੈ, ਪ੍ਰਤੀਰੋਧ ਯਾਨੀ ਕਿ ਰੈਜ਼ਿਸਟੈਂਸ। ਤਾਂ ਆਪਸ਼ਨਸ ਨੇ ਆਪਣੇ ਕੋਲ ਰਿਲੈਕਟੈਂਸ, ਕਰੰਟ, ਫਲਕਸ ਜਾਂ ਕਰੰਟ ਡੈਂਸਿਟੀ। ਤਾਂ ਇਹਨਾਂ ਵਿੱਚੋਂ ਕਿਹੜਾ ਰੈਜ਼ਿਸਟੈਂਸ ਦੇ ਸਮਾਨ ਹੋਏਗਾ, ਉਹ ਹੈ ਆਪਣਾ ਰਿਲੈਕਟੈਂਸ। ਠੀਕ ਹੈ, ਰਿਲੈਕਟੈਂਸ ਜਿਹਨੂੰ ਆਪਾਂ S ਨਾਲ ਲਿਖਦੇ ਹਾਂ। ਤਾਂ ਦੇਖੋ ਜਿਵੇਂ ਇਲੈਕਟ੍ਰਿਕ ਸਰਕਿਟ ਵਿੱਚ ਰੈਜ਼ਿਸਟੈਂਸ ਕੀ ਕੰਮ ਕਰਦਾ ਹੈ, ਰੈਜ਼ਿਸਟੈਂਸ ਕਰੰਟ ਦੇ ਫਲੋ ਨੂੰ ਰੋਕਦਾ ਹੈ। ਠੀਕ ਹੈ, ਉਸ ਤਰ੍ਹਾਂ ਹੀ ਮੈਗਨੈਟਿਕ ਸਰਕਿਟ ਵਿੱਚ ਜੋ ਰਿਲੈਕਟੈਂਸ ਹੈ, ਰਿਲੈਕਟੈਂਸ ਕੀ ਕਰੇਗੀ, ਫਲਕਸ ਦੇ ਫਲੋ ਨੂੰ
ਅਪੋਜ਼ ਕਰੇਗੀ, ਯਾਨੀ ਕਿ ਫਲਕਸ ਨੂੰ ਅਪੋਜ਼ ਕਰੇਗੀ, ਉਸਦੇ ਫਲੋ ਨੂੰ ਅਪੋਜ਼ ਕਰੇਗੀ। ਤਾਂ ਰਿਲੈਕਟੈਂਸ ਨੂੰ ਆਪਾਂ ਲਿਖਦੇ ਹਾਂ ਐਸ ਨਾਲ, ਠੀਕ ਹੈ। ਤਾਂ ਇਹਦੀ ਜੋ ਯੂਨਿਟ ਕਰਦੇ ਆ ਆਪਾਂ ਕਰਦੇ ਆ ਐਂਪੀਅਰ ਟਰਨ ਬਟਾ ਵੈਬਰ, ਠੀਕ ਹੈ। ਐਂਪੀਅਰ ਟਰਨ ਬਟਾ ਵੈਬਰ, ਇਹ ਆਪਣੇ ਕੋਲ ਰਿਲੈਕਟੈਂਸ ਦੀ ਯੂਨਿਟ ਹੈ। ਦੂਸਰੇ ਪਾਸੇ ਜੇਕਰ ਕਰੰਟ ਦੀ ਗੱਲ ਕਰੀਏ ਤਾਂ ਕਰੰਟ ਕਿਸ ਦੇ ਸਮਾਨ ਹੁੰਦਾ ਹੈ, ਉਹ ਹੁੰਦਾ ਫਲਕਸ ਦੇ, ਠੀਕ ਹੈ। ਫਲਕਸ ਦੀ ਆਪਾਂ ਯੂਨਿਟ ਕਰਦੇ ਆ ਵੈਬਰ, ਠੀਕ ਹੈ। ਤਾਂ ਫਲਕਸ ਕਿੰਦੇ ਸਮਾਨ ਹੋ ਗਿਆ, ਕਰੰਟ ਦੇ ਸਮਾਨ ਹੋ ਗਿਆ, ਠੀਕ ਹੈ। ਫਿਰ ਆ ਗਿਆ ਕਰੰਟ ਡੈਂਸਿਟੀ, ਤਾਂ ਕਰੰਟ ਡੈਂਸਿਟੀ ਕਿੰਦੇ ਸਮਾਨ ਆਪਾਂ ਕਰਦੇ ਆ ਫਲਕਸ ਡੈਂਸਿਟੀ ਦੇ, ਫਲਕਸ ਡੈਂਸਿਟੀ, ਠੀਕ ਹੈ। ਫਲਕਸ ਡੈਂਸਿਟੀ ਜਿਹਨੂੰ ਆਪਾਂ ਬੀ ਨਾਲ ਲਿਖਦੇ ਆ, ਠੀਕ ਹੈ। ਤਾਂ ਇਹਦੀ ਯੂਨਿਟ ਆਪਾਂ ਕੀ ਕਰਦੇ ਆ ਫਾਈ ਅਪੋਨ ਏ, ਤਾਂ ਫਾਈ ਯੂਨਿਟ ਆਪਣੇ ਕੋਲ ਕੀ ਹੋ ਗਈ ਵੈਬਰ, ਤੇ ਏ ਦੀ ਮੀਟਰ ਸਕੇਅਰ, ਤਾਂ ਵੈਬਰ ਬਟਾ ਮੀਟਰ ਸਕੇਅਰ। ਤੇ ਇੱਥੇ ਉਹਨਾਂ ਨੇ ਪੁੱਛਿਆ ਸੀ ਕਿ ਪ੍ਰਤੀਰੋਧ ਯਾਨੀ ਕਿ ਰजिस्टेंस ਦੇ ਸਮਾਨ ਕਿਸ ਨੂੰ ਮੰਨਿਆ ਜਾਂਦਾ ਹੈ, ਉਹ ਆਪਣਾ ਰਿਲੈਕਟੈਂਸ। ਨੈਕਸਟ ਹੈ ਆਪਣੇ ਕੋਲ ਰਿਟੈਂਟਿਵਿਟੀ ਦੀ ਯੂਨਿਟ ਹੈ, ਤਾਂ ਇਹਨਾਂ ਵਿੱਚੋਂ ਕਿਹੜੀ ਰਿਟੈਂਟਿਵਿਟੀ ਦੀ ਯੂਨਿਟ ਹੈ, ਆਪਸ਼ਨਸ ਨੇ ਆਪਣੇ ਕੋਲ ਐਂਪੀਅਰ ਟਰਨ ਵੈਬਰ, ਵੈਬਰ ਬਟਾ ਮੀਟਰ ਸਕੇਅਰ ਜਾਂ ਐਂਪੀਅਰ ਟਰਨ ਬਟਾ ਮੀਟਰ। ਤਾਂ ਰਿਟੈਂਟਿਵਿਟੀ ਦੀ ਯੂਨਿਟ ਹੋਏਗੀ ਵੈਬਰ ਬਟਾ ਮੀਟਰ ਸਕੇਅਰ। ਐਂਪੀਅਰ ਟਰਨ ਆਪਾਂ ਯੂਨਿਟ ਕਰ ਚੁੱਕੇ ਆ ਐਮਐਮਐਫ ਦੀ, ਠੀਕ ਹੈ। ਵੈਬਰ ਆਪਾਂ ਯੂਨਿਟ ਕਰ ਚੁੱਕੇ ਆ ਫਲਕਸ ਦੀ, ਤਾਂ ਇੱਥੋਂ ਵੈਬਰ ਬਟਾ ਮੀਟਰ ਸਕੇਅਰ ਕਿਸ ਦੀ ਯੂਨਿਟ ਹੋਏਗੀ ਰਿਟੈਂਟਿਵਿਟੀ ਦੀ, ਰਿਟੈਂਟਿਵਿਟੀ। ਨੈਕਸਟ ਹੈ ਆਪਣੇ ਕੋਲ ਇੱਕ ਚੁੰਬਕੀ ਫੀਲਡ ਜਦੋਂ ਸਥਿਰ ਰੱਖੀ ਜਾਂਦੀ ਹੈ ਅਤੇ ਉਸ ਦੇ ਦੁਆਲੇ ਇੱਕ ਕੰਡਕਟਰ ਨੂੰ ਸਥਿਰ ਸਪੀਡ ਨਾਲ ਘੁਮਾਇਆ ਜਾਂਦਾ ਹੈ, ਤਾਂ ਸਰਕਟ ਵਿੱਚ ਜੋ ਈਐਮਐਫ ਬਣਦੀ ਹੈ ਉਸ ਨੂੰ ਕਹਿੰਦੇ ਹਨ। ਤਾਂ ਕੁਐਸਚਨ ਨੂੰ ਧਿਆਨ ਨਾਲ ਪੜੋ, ਕੀ ਲਿਖਿਆ ਉਹਨਾਂ ਨੇ ਕਿ ਚੁੰਬਕੀ ਫੀਲਡ ਜੋ ਹੈ ਉਹ ਸਥਿਰ ਹੈ, ਚੁੰਬਕੀ ਫੀਲਡ ਨੂੰ ਸਥਿਰ ਰੱਖਿਆ ਗਿਆ ਹੈ ਤੇ ਇਸ ਦੇ ਦੁਆਲੇ ਕੰਡਕਟਰ ਨੂੰ ਘੁਮਾਇਆ ਜਾ ਰਿਹਾ ਹੈ, ਠੀਕ ਹੈ। ਜਿਵੇਂ ਮੰਨ ਕੇ ਚਲੋ ਇੱਥੇ ਆਪਣੀ ਇਹ ਚੁੰਬਕੀ ਫੀਲਡ ਹੈ, ਇਹ ਚੁੰਬਕੀ ਫੀਲਡ ਆਪਣੀ ਸਥਿਰ ਹੈ, ਤਾਂ ਇੱਥੇ ਜੋ ਕੰਡਕਟਰ ਹੈ ਕੰਡਕਟਰ ਨੂੰ ਆਪਾਂ ਇੱਥੇ ਮੂਵ ਕਰਾ ਰਹੇ ਹਾਂ, ਤਾਂ ਇਸ ਨਾਲ ਜੋ ਈਐਮਐਫ ਬਣੇਗੀ ਉਸ ਨੂੰ ਆਪਾਂ ਕੀ ਕਹਾਂਗੇ, ਆਪਸ਼ਨਸ ਨੇ ਆਪਣੇ ਕੋਲ ਸਟੈਟਿਕਲੀ ਇੰਡਿਊਸ ਈਐਮਐਫ, ਡਾਇਨਾਮਿਕਲੀ ਇੰਡਿਊਸ ਈਐਮਐਫ, ਸੈਲਫ ਇੰਡਿਊਸ ਈਐਮਐਫ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਆਪਾਂ ਫਰਾਡੇ ਦਾ ਫਸਟ ਨਿਯਮ ਸਭ ਨੇ ਕੀਤਾ ਹੋਏਗਾ, ਫਰਾਡੇ ਦਾ ਪਹਿਲਾ ਨਿਯਮ, ਫਰਾਡੇ ਦਾ ਪਹਿਲਾ ਨਿਯਮ ਕੀ ਕਹਿੰਦਾ ਹੈ ਕਿ ਜਦੋਂ ਕਿਸੇ ਵੀ ਕੰਡਕਟਰ ਤੇ ਫਲਕਸ ਵਿੱਚ ਲਿੰਕਿੰਗ ਹੁੰਦੀ ਹੈ, ਯਾਨੀ ਕਿ ਇੱਕ ਦੂਜੇ ਨਾਲ ਲਿੰਕ ਕਰਦੇ ਆ, ਤਾਂ ਉੱਥੇ ਕੰਡਕਟਰ ਵਿੱਚ ਕੀ ਹੁੰਦਾ ਹੈ ਈਐਮਐਫ ਬਣਦੀ ਹੈ। ਤਾਂ ਉਹ ਈਐਮਐਫ ਵੀ ਦੋ ਤਰੀਕੇ ਨਾਲ ਬਣਦੀ ਹੈ, ਫਸਟ ਹੁੰਦੀ ਹੈ ਆਪਣੇ ਕੋਲ ਸਟੈਟਿਕਲੀ ਇੰਡਿਊਸਡ ਈਐਮਐਫ, ਠੀਕ ਹੈ। ਸਟੈਟਿਕਲੀ ਇੰਡਿਊਸ ਈਐਮਐਫ ਕਦੋਂ ਬਣਦੀ ਹੈ, ਜਦੋਂ ਆਪਣੇ ਕੋਲ ਕੰਡਕਟਰ ਸਥਿਰ ਹੋਵੇ, ਠੀਕ ਹੈ। ਜਦੋਂ ਆਪਣੇ ਕੋਲ ਕੰਡਕਟਰ ਸਥਿਰ ਹੋਵੇ ਤੇ ਕੰਡਕਟਰ ਦੇ ਦੁਆਲੇ ਆਪਾਂ ਮੈਗਨੈਟਿਕ ਫੀਲਡ ਨੂੰ ਮੂਵ ਕਰਾਈਏ, ਠੀਕ ਹੈ। ਕੰਡਕਟਰ ਆਪਣਾ ਸਥਿਰ ਹੋਵੇ ਤੇ ਕੰਡਕਟਰ ਦੇ ਦੁਆਲੇ ਆਪਾਂ ਮੈਗਨੈਟਿਕ ਫੀਲਡ ਨੂੰ ਮੂਵ ਕਰਾਈਏ, ਉੱਥੇ ਆਪਣੇ ਕੋਲ ਜਿਹੜੀ ਈਐਮਐਫ ਬਣੇਗੀ ਕੰਡਕਟਰ ਵਿੱਚ ਉਸ ਨੂੰ ਆਪਾਂ ਕਹਾਂਗੇ ਸਟੈਟਿਕਲੀ ਇੰਡਿਊਸ ਈਐਮਐਫ। ਦੂਸਰੇ ਪਾਸੇ ਹੁੰਦੀ ਹੈ ਡਾਇਨਾਮਿਕਲੀ ਇੰਡਿਊਸਡ ਈਐਮਐਫ। ਤਾਂ ਡਾਇਨਾਮਿਕਲੀ ਇੰਡਿਊਸਡ ਈਐਮਐਫ ਕਦੋਂ ਬਣਦੀ ਹੈ, ਜਦੋਂ ਆਪਣੇ ਕੋਲ ਆਪਣੀ ਜੋ ਫਲਕਸ ਹੈ, ਠੀਕ ਹੈ, ਫਲਕਸ ਹੈ ਜਾਂ ਮੈਗਨੈਟਿਕ ਲਾਈਨ ਆਫ ਫੋਰਸਿਸ ਨੇ ਉਹ ਸਥਿਰ ਨੇ, ਉਹਦੇ ਦੁਆਲੇ ਆਪਾਂ ਕੰਡਕਟਰ ਨੂੰ ਮੂਵ ਕਰਵਾਉਂਦੇ ਆ, ਠੀਕ ਹੈ। ਜਦੋਂ ਆਪਣਾ ਕੰਡਕਟਰ ਮੂਵ ਕਰੇ ਪਰ ਆਪਣੀ ਜਿਹੜੀ ਮੈਗਨੈਟਿਕ ਫੀਲਡ ਹੈ ਉਹ ਸਥਿਰ ਰਹੇ, ਤਾਂ ਉਦੋਂ ਜਦੋਂ ਉਸ ਤਰ੍ਹਾਂ ਦੀ ਜਿਹੜੀ ਈਐਮਐਫ ਬਣੇਗੀ ਉਹ ਹੋਏਗੀ ਡਾਇਨਾਮਿਕਲੀ ਇੰਡਿਊਸਡ ਈਐਮਐਫ। ਤਾਂ ਡਾਇਨਾਮਿਕਲੀ ਇੰਡਿਊਸਡ ਈਐਮਐਫ ਕਿੰਦੇ 'ਚ ਬਣਦੀ ਹੈ, ਡੀਸੀ ਜਨਰੇਟਰ ਵਿੱਚ, ਠੀਕ ਹੈ। ਡੀਸੀ ਜਨਰੇਟਰ ਵਿੱਚ ਦੇਖੋ ਕੀ ਹੁੰਦਾ ਹੈ, ਜਿਹੜੇ ਆਪਣੇ ਪੋਲਸ ਨੇ, ਪੋਲਸ ਆਪਣੇ ਇੱਕ ਥਾਂ ਤੇ ਕੀ ਹੁੰਦੇ ਆ ਸਥਿਰ ਹੁੰਦੇ ਆ, ਠੀਕ ਹੈ। ਯਾਨੀ ਕਿ ਇਹਨਾਂ ਵਿੱਚ ਜੋ ਮੈਗਨੈਟਿਕ ਲਾਈਨ ਆਫ ਫੋਰਸਿਸ ਨੇ ਉਹ ਵੀ ਇੱਕ ਥਾਂ ਤੇ ਕੀ ਹੁੰਦੀਆਂ ਨੇ ਸਥਿਰ ਹੁੰਦੀਆਂ ਨੇ। ਤਾਂ ਵਿੱਚ ਆਪਾਂ ਮੂਵ ਕੀ ਕਰਵਾਉਂਦੇ ਆ ਕੰਡਕਟਰ, ਜੋ ਆਪਣਾ ਆਰਮੇਚਰ ਹੁੰਦਾ ਹੈ, ਆਰਮੇਚਰ ਆਪਣਾ ਵਿੱਚ ਮੂਵ ਕਰਦਾ ਹੈ, ਤਾਂ ਇੱਥੇ ਆਪਣਾ ਜੋ ਆਰਮੇਚਰ ਹੈ ਮੂਵ ਕਰ ਰਿਹਾ ਤੇ ਜੋ ਚੁੰਬਕੀ ਫੀਲਡ ਹੈ ਉਹ ਸਥਿਰ ਹੈ ਇੱਥੇ, ਠੀਕ ਹੈ। ਤਾਂ ਇੱਥੇ ਜਿਹੜੀ ਈਐਮਐਫ ਬਣੇਗੀ ਹੋਏਗੀ ਡਾਇਨਾਮਿਕਲੀ ਇੰਡਿਊਸਡ ਈਐਮਐਫ। ਤਾਂ ਇੱਥੇ ਉਹਨਾਂ ਨੇ ਪੁੱਛਿਆ ਸੀ ਦੇਖੋ ਕਿ ਜਦੋਂ ਚੁੰਬਕੀ ਫੀਲਡ ਸਥਿਰ ਰੱਖੀ ਜਾਂਦੀ ਹੈ, ਯਾਨੀ ਕਿ ਚੁੰਬਕੀ ਫੀਲਡ ਇੱਥੇ ਕੀ ਹੋਗੀ ਸਥਿਰ ਹੋਗੀ ਤੇ ਉਸ ਦੁਆਲੇ ਕੰਡਕਟਰ ਨੂੰ ਘੁਮਾਇਆ ਜਾਂਦਾ ਹੈ, ਤਾਂ ਉਹ ਕਿਹੜੀ ਹੋਏਗੀ ਈਐਮਐਫ ਡਾਇਨਾਮਿਕਲੀ ਇੰਡਿਊਸਡ ਈਐਮਐਫ। ਸਟੈਟਿਕਲੀ ਉਦੋਂ ਹੋਏਗੀ ਜਦੋਂ ਆਪਣਾ ਕੰਡਕਟਰ ਸਥਿਰ ਹੋਏਗਾ ਤੇ ਉਸ ਦੇ ਦੁਆਲੇ ਆਪਾਂ
ਮੈਗਨੈਟਿਕ ਫੀਲਡ ਨੂੰ ਘੁਮਾਵਾਂਗੇ। ਨੈਕਸਟ ਹੈ ਆਪਣਾ ਜਦੋਂ ਕੋਇਲ ਵਿੱਚ ਦੋ ਕੋਇਲ ਵਿੱਚ ਮਿਊਚੁਅਲ ਇੰਡਕਸ਼ਨ ਪਤਾ ਕਰੋ ਜੇਕਰ ਉਹਨਾਂ ਦੀ ਸੈਲਫ ਇੰਡਕਟੈਂਸ 3 ਹੈਨਰੀ ਅਤੇ 12 ਹੈਨਰੀ ਹੈ ਅਤੇ ਕਪਲਿੰਗ ਕੋਐਫੀਸ਼ੀਐਂਟ 0.85 ਹੈ। ਤਾਂ ਦੇਖਿਓ ਇਹਨਾਂ ਨੇ ਪੁੱਛਿਆ ਇੱਥੇ ਮਿਊਚੁਅਲ ਇੰਡਕਸ਼ਨ ਯਾਨੀ ਕਿ M, ਠੀਕ ਹੈ। M ਆਪਾਂ ਦੱਸਣੀ ਹੈ ਤੇ ਆਪਾਂ ਨੂੰ ਦੇ ਕੇ ਰੱਖਿਆ ਇੱਕ ਕੋਇਲ ਦੀ ਇੰਡਕਟੈਂਸ ਤੇ ਦੂਸਰੀ ਕੋਇਲ ਦੀ ਇੰਡਕਟੈਂਸ, ਯਾਨੀ ਕਿ L1 ਦੇ ਰੱਖਿਆ 3 ਹੈਨਰੀ ਤੇ L2 ਦੇ ਰੱਖਿਆ 12 ਹੈਨਰੀ, ਠੀਕ ਹੈ। ਤਾਂ ਕਪਲਿੰਗ ਕੋਐਫੀਸ਼ੀਐਂਟ ਵੀ ਦੇ ਰੱਖਿਆ K ਬਰਾਬਰ 0.85, ਠੀਕ ਹੈ। ਤਾਂ ਇੱਥੋਂ ਆਪਾਂ ਪਤਾ ਕਰਨਾ ਇਹਨਾਂ ਵਿੱਚ ਮਿਊਚੁਅਲ ਇੰਡਕਸ਼ਨ ਕਿੰਨੀ ਹੋਏਗੀ। ਤਾਂ ਇੱਕ ਆਪਾਂ ਫਾਰਮੂਲਾ ਕਰਦੇ ਹਾਂ ਕਪਲਿੰਗ ਕੋਐਫੀਸ਼ੀਐਂਟ ਦਾ, K ਬਰਾਬਰ M/√L1 × L2, ਠੀਕ ਹੈ। ਤਾਂ ਇੱਥੇ ਵੈਲਿਊਸ ਪੁੱਟ ਕਰ ਦਿਓ। M ਤਾਂ ਆਪਾਂ ਫਾਈਂਡ ਕਰਨੀ ਹੈ, ਤਾਂ M ਦਾ ਫਾਰਮੂਲਾ ਕੀ ਬਣੇਗਾ K × L1 × L2। ਤਾਂ M ਇਜ਼ ਇਕੁਅਲ ਟੂ K ਦੀ ਵੈਲਿਊ ਕਿੰਨੀ ਹੈ 0.85, ਠੀਕ ਹੈ। √L1 ਕਿੰਨਾ ਆਪਣਾ 3, L2 ਕਿੰਨਾ 12, ठीक है। तो ये हो जाएगा M बराबर 0.85 √36, तो 36 का अंडर रूट यानी कि 36 का अंडर रूट कितना आ जाएगा अपने को 6। तो M इज इक्वल टू 0.85 इंटू 36 का अंडर रूट हो गया 6 इंटू 6, ठीक है। तो ये जेकर सोल्व करोगे तो अपने को आएगा 5.1 हैनरी। नैक्सट है इन्होंने विचों केड़ा कोफिशिएंट ऑफ कपलिंग लई सही है। तो इन्होंने विचों केड़ा कोफिशिएंट ऑफ कपलिंग, ठीक है, जिन्होंने आप के नाल लिख रहे हैं। तो इन्होंने विचों केड़ा कोफिशिएंट ऑफ कपलिंग लई सही है। तो ऑप्शंस ने अपने को 1.414, 0.9, 1.732 या 17.32। तो देखो इत्थे उन्होंने वैल्यूज दे रखिया ने, तो उन्होंने पूछा है कि इन्होंने वैल्यूज विचों केड़ी वो वैल्यू कपलिंग कोफिशिएंट लई सही रहेगी। तो एक चीज़ तुसीं याद रखनी है कि कोफिशिएंट ऑफ कपलिंग दी वैल्यू 0 तो ज़्यादा अते 1 तो घट हुंदी है, यानी कि 1 तो 0 के विचकार हुंदी है। तो इत्थे देखो 1.4, 1.7 ते 17.32 ये सारे की है 1 तो ज़्यादा ने, तो ये कदे भी कपलिंग कोफिशिएंट की वैल्यू नहीं हो सकते, ठीक है। तो इत्थे 0.9 है जो वो 1 तो घट है, तो ये वैल्यू हो सकती है। नैक्सट है जेकर कोयल दियां टर्नां वधाइयां जान तो इसकी इंडक्टेंस, ठीक है। तो जो इंडक्टेंस यानी कि जिन्होंने आप L नाल लिखते हैं इंडक्टेंस, तो जो कोयल दियां टर्नां वधाते हैं, टर्नां यानी कि अपनी N, ठीक है। तो एक गल तुसीं याद रखनी है कि जो अपनी इंडक्टेंस है वो डायरैक्टली प्रोपोर्शनल होंदी है नंबर ऑफ टर्न से। तो जेकर तुसीं नंबर ऑफ टर्न वधाओगे तो अपनी इंडक्टेंस भी की होएगी वधेगी। तो जो कोयल दी टर्नां वधावांगे तो उत्थे उन्हां दी इंडक्टेंस भी वधेगी। 9 क्वेश्चन है सर्किट का कंपोनेंट जो कि करंट के बदलाव का विरोध करता है। तो सर्किट का अजिहा कंपोनेंट जो कि करंट के बदलाव का विरोध करता है। तो ऑप्शन ने अपने को कैपेसिटर, रजिस्टर, इंडक्टर या इन्हां विचों कोई नहीं। तो इनका राइट आंसर होएगा इंडक्टर, ठीक है। देखो एक चीज़ तुसीं इत्थे ध्यान करना है कि करंट का बदलाव पूछा है, ठीक है। दो चीज़ां होंदियां अपने को, एक है करंट एक होंदा करंट के फ्लो नूं रोकना। तो करंट के जो फ्लो नूं रोकदा है उन्होंने आपां कहने रजिस्टर, ठीक है, उन्होंने आपां की कहने रजिस्टर। जो करंट के बदलाव नूं रोकेगा, करंट के बदलाव नूं रोकण का मतलब कि इंडक्टर जो है जो उहदे विच करंट वधेगा, ठीक है, तो इंडक्टर की ट्राई करेगा कि वधे हुए करंट नूं घट किया जाए। तो जो करंट घटेगा तो इंडक्टर की करेगा ट्राई कि करंट नूं वधाया जाए, ठीक है। तो इंडक्टर जो है वो अपने अंदर हो रहे करंट के बदलाव नूं रोकदा है, पर जो रजिस्टर है वो करंट के फ्लो नूं रोकदा है, ठीक है। तो इत्थे उन्होंने पूछा सी करंट के बदलाव नूं, तो करंट के बदलाव नूं रोकदा इंडक्टर ते करंट के फ्लो नूं रोकदा रजिस्टर, ठीक है। उवें कैपेसिटर की करता है वोल्टेज दे
ਬਦਲਾਵ ਨੂੰ ਰੋਕਦਾ ਹੈ। ਠੀਕ ਹੈ, ਵੋਲਟੇਜ ਦੇ ਬਦਲਾਵ ਨੂੰ ਰੋਕਦਾ ਹੈ। ਤੇ ਇਹ ਤਿੰਨਾਂ ਬਾਰੇ ਤੁਸੀਂ ਯਾਦ ਰੱਖਣਾ ਕਿ ਕੈਪੈਸਿਟਰ ਵੋਲਟੇਜ ਦੇ ਬਦਲਾਵ ਨੂੰ ਰੋਕਦਾ ਹੈ, ਰਜਿਸਟਰ ਜੋ ਹੈ ਉਹ ਕਰੰਟ ਦੇ ਫਲੋ ਨੂੰ ਰੋਕਦਾ ਹੈ, ਤੇ ਇੰਡਕਟਰ ਜੋ ਹੈ ਕਰੰਟ ਦੇ ਬਦਲਾਵ ਨੂੰ ਰੋਕਦਾ ਹੈ। ਜੇਕਰ ਕਿਸੇ ਚੁੰਬਕੀ ਕੋਰ ਦਾ ਖੇਤਰਫਲ ਵਧਾ ਦਿੱਤਾ ਜਾਂਦਾ ਹੈ ਤਾਂ ਕੋਰ ਦੀ ਪਰਮੇਅੰਸ, ਤਾਂ ਜੇਕਰ ਕਿਸੇ ਚੁੰਬਕੀ ਕੋਰ, ਠੀਕ ਹੈ, ਕੋਈ ਆਪਣੇ ਕੋਲ ਮੈਗਨੈਟਿਕ ਕੋਰ ਹੈ, ਉਸ ਦਾ ਆਪਾਂ ਖੇਤਰਫਲ ਵਧਾਵਾਂਗੇ ਤਾਂ ਖੇਤਰਫਲ ਵਧਾਉਣ ਨਾਲ ਜੋ ਉਸਦੀ ਪਰਮੇਅੰਸ ਹੈ, ਪਰਮੇਅੰਸ ਤੇ ਕੀ ਫਰਕ ਪਏਗਾ। ਠੀਕ ਹੈ, ਤਾਂ ਪਹਿਲਾਂ ਤਾਂ ਸਮਝੋ ਪਰਮੇਅੰਸ ਕੀ ਹੁੰਦਾ ਹੈ। ਪਰਮੇਅੰਸ ਪਰਮੇਅੰਸ ਨੂੰ ਬੇਸਿਕਲੀ ਪਰਮੇਅੰਸ ਨੂੰ ਰਿਲੈਕਟੈਂਸ से ਉਲਟ ਮੰਨਿਆ ਜਾਂਦਾ। ਠੀਕ ਹੈ, ਉਲਟ ਮੰਨਿਆ ਜਾਂਦਾ। ਤਾਂ ਪਰਮੇਅੰਸ ਨੂੰ ਜੋ ਆਪਣੇ ਰਿਲੈਕਟੈਂਸ ਦੇ ਉਲਟ ਮੰਨਿਆ ਜਾਂਦਾ। ਠੀਕ ਹੈ, ਤਾਂ ਰਿਲੈਕਟੈਂਸ ਦੀ ਆਪਾਂ ਜੋ ਯੂਨਿਟ ਕਰਦੇ ਆ, ਦੇਖੋ ਰਿਲੈਕਟੈਂਸ ਜਾਂ ਰਿਲੈਕਟੈਂਸ ਦਾ ਆਪਾਂ ਇੱਕ ਫਾਰਮੂਲਾ ਕਰਦੇ ਆ L/μ A। ਠੀਕ ਹੈ, ਰਿਲੈਕਟੈਂਸ ਜੋ ਆਪਣੀ ਲੰਬਾਈ ਦੇ ਨਾਲ ਆਪਣੀ ਰਿਲੈਕਟੈਂਸ, ਠੀਕ ਹੈ, ਲੰਬਾਈ ਵਧਣ ਨਾਲ ਆਪਣੀ ਰਿਲੈਕਟੈਂਸ ਵੱਧਦੀ ਹੈ ਤੇ ਏਰੀਆ ਵਧਣ ਨਾਲ ਆਪਣੀ ਰਿਲੈਕਟੈਂਸ ਘਟਦੀ ਹੈ। ਠੀਕ ਹੈ, ਤਾਂ ਇਹਨਾਂ ਜਦੋਂ ਆਪਾਂ ਉਲਟ ਕਰਾਂਗੇ ਯਾਨੀ ਕਿ ਆਪਾਂ ਪਰਮੇਅੰਸ ਬਾਰੇ ਪੜਾਂਗੇ। ਪਰਮੇਅੰਸ ਜਿਹਨੂੰ P ਨਾਲ ਲਿਖਦੇ ਆ, ਤਾਂ ਇਹ ਬੇਸਿਕਲੀ ਕੀ ਹੁੰਦਾ ਰਿਲੈਕਟੈਂਸ ਦੇ ਉਲਟ ਯਾਨੀ ਕਿ 1/S। ਤਾਂ ਜਦੋਂ ਆਪਾਂ ਇਸ ਤਰ੍ਹਾਂ ਕਰਾਂਗੇ ਤਾਂ ਬਣੇਗਾ ਆਪਣੇ ਕੋਲ μA/L। ਠੀਕ ਹੈ, ਇਹ ਮਤਲਬ ਆਪਣਾ ਹੋ ਗਿਆ ਇੱਥੇ ਏਰੀਆ। ਤਾਂ ਜਦੋਂ ਤੁਸੀਂ ਏਰੀਆ ਨੂੰ ਵਧਾਓਗੇ ਤਾਂ ਜੋ ਆਪਣੀ ਪਰਮੇਅੰਸ ਹੈ ਉਹ ਵੀ ਵਧੇਗੀ। ਠੀਕ ਹੈ, ਤੇ ਇੱਥੇ ਪੁੱਛਿਆ ਸੀ ਕੋਰ ਦਾ ਖੇਤਰਫਲ ਵਧਾਇਆ ਜਾਂਦਾ ਹੈ ਤਾਂ ਪਰਮੇਅੰਸ ਵੀ ਨਾਲ ਵਧੇਗੀ। ਜੇਕਰ ਪੁੱਛ ਲੈਣ ਕਿ ਕੋਰ ਦੀ ਲੰਬਾਈ ਵਧਾਈ ਜਾਏ ਤਾਂ ਉੱਥੇ ਪਰਮੇਅੰਸ ਘਟੇਗੀ। ਠੀਕ ਹੈ, ਦੂਸਰੇ ਪਾਸੇ ਜੇਕਰ ਲੰਬਾਈ ਵਧਣ ਨਾਲ ਦੇਖੋ ਕੀ ਹੋ ਰਿਹਾ, ਰਿਲੈਕਟੈਂਸ ਆਪਣੀ ਵੱਧ ਰਹੀ ਹੈ ਤੇ ਏਰੀਆ ਵਧਣ ਨਾਲ ਰਿਲੈਕਟੈਂਸ ਆਪਣੀ ਘਟ ਰਹੀ ਹੈ। ਨੈਕਸਟ ਹੈ, ਜੇਕਰ ਕਿਸੇ ਸਮੱਗਰੀ ਦੇ ਹਿਸਟੈਰਿਸਿਸ ਲੂਪ ਦਾ ਖੇਤਰਫਲ ਵੱਡਾ ਹੈ ਤਾਂ ਇਸ ਸਮੱਗਰੀ ਵਿੱਚ ਹਿਸਟੈਰਿਸਿਸ ਦਾ ਨੁਕਸਾਨ ਹੋਵੇਗਾ। ਠੀਕ ਹੈ, ਤਾਂ ਇਹਨਾਂ ਨੇ ਕਿਹਾ ਕਿ ਜੇਕਰ ਕੋਈ ਮਟੀਰੀਅਲ ਵਿੱਚ ਹਿਸਟੈਰਿਸਿਸ ਲੂਪ ਦਾ ਖੇਤਰਫਲ ਵੱਡਾ ਹੈ, ਠੀਕ ਹੈ, ਤਾਂ ਇਹ ਜੋ ਆਪਣੇ ਕੋਲ ਹਿਸਟੈਰਿਸਿਸ ਲੂਪ ਇੱਥੇ, ਠੀਕ ਹੈ, ਤਾਂ ਜੇਕਰ ਇਹ ਹਿਸਟੈਰਿਸਿਸ ਲੂਪ ਦਾ ਖੇਤਰਫਲ ਜਿੰਨਾ ਜ਼ਿਆਦਾ ਹੋਏਗਾ, ਠੀਕ ਹੈ, ਆ ਏਰੀਆ ਦਾ ਜਿੰਨਾ ਜ਼ਿਆਦਾ ਹੋਏਗਾ ਤਾਂ ਇਹ ਹਿਸਟੈਰਿਸਿਸ ਲੋਸ ਵੀ ਕੀ ਹੋਏਗਾ, ਜ਼ਿਆਦਾ ਹੋਏਗਾ। ਠੀਕ ਹੈ, ਹਿਸਟੈਰਿਸਿਸ ਲੋਸ ਵੀ ਕੀ ਹੋਏਗਾ, ਜ਼ਿਆਦਾ ਹੋਏਗਾ। ਯਾਨੀ ਕਿ ਸਮੱਗਰੀ ਦਾ ਲੂਪ ਦਾ ਖੇਤਰਫਲ ਵੱਡਾ ਹੈ ਤਾਂ ਹਿਸਟੈਰਿਸਿਸ ਦਾ ਨੁਕਸਾਨ ਵੀ ਕੀ ਹੋਏਗਾ, ਜ਼ਿਆਦਾ ਹੋਏਗਾ। ਠੀਕ ਹੈ, ਹਾਈ ਹੋਏਗਾ। ਨੈਕਸਟ ਹੈ, ਸਿਲੀਕੋਨ ਸਟੀਲ ਦੀ ਵਰਤੋਂ ਇਲੈਕਟ੍ਰੀਕਲ ਮਸ਼ੀਨਾਂ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਇਸ ਵਿੱਚ ਹੈ। ਤਾਂ ਸਿਲੀਕੋਨ ਸਟੀਲ ਦੀ ਵਰਤੋਂ ਇਲੈਕਟ੍ਰੀਕਲ ਮਸ਼ੀਨਾਂ ਵਿੱਚ ਕਿਉਂ ਕੀਤੀ ਜਾਂਦੀ ਹੈ। ਆਪਸ਼ਨਸ ਹੈ ਆਪਣੇ ਕੋਲ ਲੋ ਕਿਉਰਸਿਵਿਟੀ, ਲੋ ਰਿਟੈਂਟਿਵਿਟੀ, ਲੋ ਹਿਸਟੈਰਿਸਿਸ ਲੋਸ ਜਾਂ ਹਾਈ ਕਿਉਰਸਿਵਿਟੀ। ਤਾਂ ਦੇਖੋ ਸਿਲੀਕੋਨ ਸਟੀਲ ਵਰਤਣ ਦਾ ਆਪਣੇ ਕੋਲ ਮੇਨ ਰੀਜ਼ਨ ਕੀ ਹੁੰਦਾ, ਹਿਸਟੈਰਿਸਿਸ ਲੋਸ ਨੂੰ ਘੱਟ ਕਰਨਾ। ਠੀਕ ਹੈ, ਤਾਂ ਜੇਕਰ ਸਿਲੀਕੋਨ ਸਟੀਲ ਦੀ ਗੱਲ ਕਰੀਏ, ਸਿਲੀਕੋਨ ਸਟੀਲ, ਤਾਂ ਸਿਲੀਕੋਨ ਸਟੀਲ ਵਰਤਣ ਨਾਲ ਕੀ ਹੁੰਦਾ, ਦੇਖੋ ਇੱਕ ਤਾਂ ਦੀ ਰਿਲੈਕਟੈਂਸ ਘੱਟ ਜਾਂਦੀ ਹੈ। ਠੀਕ ਹੈ, ਰਿਲੈਕਟੈਂਸ ਘੱਟ ਜਾਂਦੀ ਹੈ, ਨਾਲ ਇਹਦੀ ਜੋ ਪਰਮੇਬਿਲਿਟੀ ਹੈ, ਪਰਮੇਬਿਲਿਟੀ ਆਪਣੀ ਵੱਧ ਜਾਂਦੀ ਹੈ। ਠੀਕ ਹੈ, ਤਾਂ ਇਹਦੇ ਨਾਲ ਜੋ ਇਹਦੇ ਹਿਸਟੈਰਿਸਿਸ ਲੋਸ ਨੇ, ਹਿਸਟੈਰਿਸਿਸ ਲੋਸ ਵੀ ਕੀ ਹੋ ਜਾਣਗੇ, ਘੱਟ ਹੋ ਜਾਣਗੇ। ਨੈਕਸਟ ਹੈ ਆਪਣਾ ਚੁੰਬਕੀ ਪ੍ਰਵਾਹ ਦੀ ਇਕਾਈ ਹੈ। ਚੁੰਬਕੀ ਪ੍ਰਵਾਹ ਯਾਨੀ ਕਿ ਇੱਥੇ ਗੱਲ ਕੀਤੀ ਗਈ ਹੈ ਮੈਗਨੈਟਿਕ ਫਲਕਸ ਦੀ। ਠੀਕ ਹੈ, ਜੋ ਆਪਣੀ ਮੈਗਨੈਟਿਕ ਫਲਕਸ ਦੀ ਇਕਾਈ ਕੀ ਹੈ, ਆਪਸ਼ਨ ਨੇ ਆਪਣੇ ਕੋਲ ਹੈਨਰੀ, ਵੈਬਰ, ਅੰਪੀਅਰ ਟਰਨ ਬਟਾ ਵੈਬਰ ਜਾਂ ਅੰਪੀਅਰ ਬਟਾ ਮੀਟਰ। ਤਾਂ ਮੈਗਨੈਟਿਕ ਫਲਕਸ ਜਾਂ ਚੁੰਬਕੀ ਪ੍ਰਵਾਹ ਦੀ ਇਕਾਈ ਕੀ ਹੈ, ਵੈਬਰ। ਠੀਕ ਹੈ, ਹੈਨਰੀ ਜੋ ਆਪਣੀ ਕੀ ਹੈ, ਇੰਡਕਟੈਂਸ ਦੀ ਇਕਾਈ ਹੈ, ਇੰਡਕਟੈਂਸ। ਤੇ ਅੰਪੀਅਰ ਟਰਨ ਬਟਾ ਵੈਬਰ, ਅੰਪੀਅਰ टर्न बटा वेबर। ठीक है, एक किसकी यूनिट है, ये है रिलक्टेंस, रिलक्टेंस। ठीक है, याद रखना है रिलक्टेंस एस नाल। तो एम्पीयर टर्न ये किसकी यूनिट है, ये बेसिकली अपनी है मैग्नेटिक फील्ड स्ट्रेंथ। ठीक है, ये कहते हैं मैग्नेटाइजिंग फोर्स।
ਜਿਹਨੂੰ ਆਪਾਂ ਜਾਂ ਚੁੰਬਕੀਕਰਨ ਬਲ, ਠੀਕ ਹੈ, ਜਿਹਨੂੰ ਆਪਾਂ ਲਿਖਦੇ ਆ H ਨਾਲ। ਤਾਂ ਇਹਦੀ ਯੂਨਿਟ ਕੀ ਹੁੰਦੀ ਹੈ? ਐਂਪੀਅਰ ਬਟਾ ਮੀਟਰ। ਨੈਕਸਟ ਹੈ ਆਪਣੇ ਕੋਲ ਫੈਰੋਮੈਗਨੈਟਿਕ ਪਦਾਰਥ ਦੀ ਰਿਲੇਟਿਵ ਪਰਮੇਬਿਲਿਟੀ ਹੁੰਦੀ ਹੈ। ਤਾਂ ਜੋ ਫੈਰੋਮੈਗਨੈਟਿਕ ਮਟੀਰੀਅਲ ਨੇ ਆਪਣੇ, ਉਹਨਾਂ ਦੀ ਰਿਲੇਟਿਵ ਪਰਮੇਬਿਲਿਟੀ ਕਿੰਨੀ ਹੁੰਦੀ ਹੈ? ਆਪਸ਼ਨ ਨੇ ਆਪਣੇ ਕੋਲ 1 ਤੋਂ ਘੱਟ, 1 ਤੋਂ ਵੱਧ, 10 ਤੋਂ ਵੱਧ, ਜਾਂ 100 ਜਾਂ 1000 ਤੋਂ ਵੱਧ। ਤਾਂ ਦੇਖੋ ਮੈਗਨੈਟਿਕ ਸਰਕਟ ਵਿੱਚ ਆਪਣੇ ਕੋਲ 3 ਤਰ੍ਹਾਂ ਦੇ ਮਟੀਰੀਅਲ ਆਉਂਦੇ ਆ। ਕਿਹੜੇ ਕਿਹੜੇ? ਇੱਕ ਹੁੰਦੇ ਆ ਫੈਰੋਮੈਗਨੈਟਿਕ, ਠੀਕ ਹੈ, ਫਿਰ ਹੁੰਦੇ ਆਪਣੇ ਕੋਲ ਪੈਰਾਮੈਗਨੈਟਿਕ, ਫਿਰ ਹੁੰਦੇ ਆ ਡਾਇਆਮੈਗਨੈਟਿਕ। ਤਾਂ ਫੈਰੋਮੈਗਨੈਟਿਕ ਮਟੀਰੀਅਲ ਉਹ ਹੁੰਦੇ ਆ ਜਿਨ੍ਹਾਂ ਦੀ ਪਰਮੇਬਿਲਿਟੀ ਕਿੰਨੀ ਹੁੰਦੀ ਹੈ? ਰਿਲੇਟਿਵ ਪਰਮੇਬਿਲਿਟੀ ਯਾਨੀ ਕਿ μr ਕਿੰਨੀ ਹੁੰਦੀ ਹੈ? 100 ਜਾਂ 1000 ਤੋਂ ਵੀ ਜ਼ਿਆਦਾ, ਠੀਕ ਹੈ। ਇਹਨਾਂ ਦੀ ਜੋ ਪਰਮੇਬਿਲਿਟੀ ਹੁੰਦੀ ਹੈ ਉਹ 100 ਜਾਂ 1000 ਤੋਂ ਜ਼ਿਆਦਾ ਹੁੰਦੀ ਹੈ। ਤਾਂ ਇਹ ਮਟੀਰੀਅਲ ਕਿਹੜੇ ਕਿਹੜੇ ਹੁੰਦੇ ਆ? ਦੇਖੋ ਆਇਰਨ ਹੋ ਗਿਆ ਯਾਨੀ ਕਿ ਲੋਹਾ, ਠੀਕ ਹੈ, ਨਿਕਲ, ਕੋਬਾਲਟ, ਇਹ ਸਾਰੇ ਜਿਹੜੇ ਆ ਇਹਨਾਂ ਦੀ ਪਰਮੇਬਿਲਿਟੀ 100 ਜਾਂ 1000 ਤੋਂ ਜ਼ਿਆਦਾ ਹੁੰਦੀ ਹੈ। ਫਿਰ ਆ ਗਿਆ ਆਪਣੇ ਕੋਲ ਪੈਰਾਮੈਗਨੈਟਿਕ ਮਟੀਰੀਅਲ। ਤਾਂ ਪੈਰਾਮੈਗਨੈਟਿਕ ਮਟੀਰੀਅਲ ਕਿਹੜੇ ਹੁੰਦੇ ਆ? ਜਿਨ੍ਹਾਂ ਦੀ ਰਿਲੇਟਿਵ ਪਰਮੇਬਿਲਿਟੀ, ਠੀਕ ਹੈ, 1 ਤੋਂ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ, ਥੋੜੀ ਜ਼ਿਆਦਾ, ਠੀਕ ਹੈ। ਇਹਨਾਂ ਦੀ ਜੋ ਪਰਮੇਬਿਲਿਟੀ ਹੋਏਗੀ 1 ਤੋਂ ਥੋੜੀ ਜਿਹੀ ਜ਼ਿਆਦਾ ਹੋਏਗੀ, ਯਾਨੀ ਕਿ ਇਹਨਾਂ ਦੀ ਵੈਲਿਊ 1 ਤੋਂ ਥੋੜੀ ਜਿਹੀ ਵੱਧ ਹੋਏਗੀ। ਜਿਵੇਂ ਆਪਣੇ ਕੋਲ ਹੋ ਗਏ ਆਕਸੀਜਨ, ਠੀਕ ਹੈ, ਆਕਸੀਜਨ ਜਾਂ ਆਇਰਨ ਆਕਸਾਈਡ, ਠੀਕ ਹੈ, ਜਾਂ ਫਿਰ ਟਾਈਟੇਨੀਅਮ, ਇਹ ਜਿਹੜੇ ਮਟੀਰੀਅਲ ਹੈ ਇਹਨਾਂ ਦੀ ਪਰਮੇਬਿਲਿਟੀ 1 ਤੋਂ ਥੋੜੀ ਜਿਹੀ ਵੱਧ ਹੁੰਦੀ ਹੈ, ਠੀਕ ਹੈ, ਯਾਨੀ ਕਿ ਕਿਹੜੀ ਕੈਟੇਗਰੀ ਵਿੱਚ ਆਉਂਦੇ ਆ? ਪੈਰਾਮੈਗਨੈਟਿਕ ਮਟੀਰੀਅਲ ਵਿੱਚ ਆਉਂਦੇ ਆ। ਫਿਰ ਆ ਗਿਆ ਆਪਣੇ ਕੋਲ ਡਾਇਆਮੈਗਨੈਟਿਕ ਮਟੀਰੀਅਲ। ਤਾਂ ਡਾਇਆਮੈਗਨੈਟਿਕ ਮਟੀਰੀਅਲ ਦੀ ਜੋ ਪਰਮੇਬਿਲਿਟੀ ਹੁੰਦੀ ਹੈ, ਰਿਲੇਟਿਵ ਪਰਮੇਬਿਲਿਟੀ, ਉਹ 1 ਤੋਂ ਘੱਟ ਹੁੰਦੀ ਹੈ, ਠੀਕ ਹੈ। ਅਜਿਹੇ ਮਟੀਰੀਅਲ ਜਿਨ੍ਹਾਂ ਦੀ ਪਰਮੇਬਿਲਿਟੀ 1 ਤੋਂ ਘੱਟ ਹੋਏਗੀ ਉਹ ਆਪਣੇ ਕੋਲ ਹੋਣਗੇ ਡਾਇਆਮੈਗਨੈਟਿਕ ਮਟੀਰੀਅਲ। ਜਿਵੇਂ ਕਿ ਵੁੱਡ ਹੋ ਗਿਆ, ਠੀਕ ਹੈ, ਬਿਸਮਥ, ਇਹ ਸਾਰੇ ਆਪਣੇ ਕੋਲ ਕਿਹੜੇ ਹੈ? ਡਾਇਆਮੈਗਨੈਟਿਕ ਮਟੀਰੀਅਲ ਹੈ, ਠੀਕ ਹੈ। ਜਿਵੇਂ ਵਾਟਰ ਹੋ ਗਿਆ, ਵਾਟਰ ਵੀ ਇੱਕ ਹੀ ਹੈ, ਡਾਇਆਮੈਗਨੈਟਿਕ ਮਟੀਰੀਅਲ ਹੈ। ਨੈਕਸਟ ਹੈ ਆਪਣੇ ਕੋਲ MMF ਦੀ ਯੂਨਿਟ ਹੈ। ਤਾਂ MMF ਦੀ ਯੂਨਿਟ ਐਂਪੀਅਰ ਟਰਨ ਪਰ ਵੈਬਰ, ਵੈਬਰ ਪਰ ਮੀਟਰ ਸਕੁਏਅਰ, ਵੈਬਰ ਪਰ ਐਂਪੀਅਰ ਜਾਂ ਐਂਪੀਅਰ ਟਰਨਸ। ਤਾਂ MMF ਦਾ ਪਹਿਲਾਂ ਤਾਂ ਪੂਰਾ ਨਾਮ ਦੇਖੋ ਕੀ ਹੁੰਦਾ ਹੈ? ਮੈਗਨੈਟੋ ਮੋਟਿਵ ਫੋਰਸ, ਠੀਕ ਹੈ। ਇੱਕ ਤਰ੍ਹਾਂ ਦੀ ਫੋਰਸ ਹੈ ਜਿਹੜੀ ਮੈਗਨੈਟਿਕ ਸਰਕਟ ਵਿੱਚ ਫਲਕਸ ਦੇ ਫਲੋ ਨੂੰ ਵਧਾਉਂਦੀ ਹੈ, ਠੀਕ ਹੈ, ਫਲਕਸ ਦੇ ਫਲੋ ਨੂੰ ਵਧਾਉਂਦੀ ਹੈ MMF। ਤਾਂ MMF ਦੀ ਆਪਾਂ ਯੂਨਿਟ ਕਰਦੇ ਹਾਂ ਐਂਪੀਅਰ ਟਰਨ, ਠੀਕ ਹੈ, A/T, ਇਹ ਆਪਣਾ ਐਂਪੀਅਰ ਤੇ T ਮਤਲਬ ਆਪਣੀਆਂ ਟਰਨਸ, ਠੀਕ ਹੈ।